श्री वाहिगुरु। पंडाल डोलन तेर को प्रभु नानक दे कर मैं तो घर डोटा आया द्वारे तेरे द्वार तेरे घर डोटा आया द्वारे तेरे द्वार तेरे ਡੰਡੋਤ ਵੰਦਨ ਇੱਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ। ਮੇਰੇ ਸਿਰ ਤੇ ਹੱਥ ਰੱਖਿਓ ਜੀ ਮੈਂ ਕਿਤੇ मेरे सिर से हथ रखियो जी मैं किते
ਕਿਤੇ ਦੂਰ ਨਾ ਜਾਵਾਂ, ਕਿਤੇ ਦੂਰ ਨਾ ਜਾਵਾਂ। ਮੇਰੇ ਸਿਰ ਤੇ ਹੱਥ ਰੱਖਿਓ ਜੀ, ਕਿਤੇ ਦੂਰ ਨਾ ਜਾਵਾਂ। ਮੇਰੇ ਸਿਰ ਤੇ ਹੱਥ ਰੱਖਿਓ ਜੀ, ਮੈਂ ਕਿਤੇ ਦੂਰ ਨਾ ਜਾਵਾਂ, ਦੂਰ ਨਾ ਜਾਵਾਂ। ਮੰਡੋਕ ਮੰਗਲ ਕੁਲਵਾ, ਹਰ ਦੂਰ ਕੇ ਕੋ ਨਾਨਕ ਦੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਭਾਈ ਭਾਈ ਆਪਣੇ ਸਾਰੇ ਕੰਮਾਂ ਨੂੰ ਸੋਚ ਕੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚੇ ਹੋ। ਬੜੇ ਧੰਨ ਭਾਗ ਨੇ ਤੁਹਾਡੇ, ਬੜੇ ਉੱਚੇ ਕਰਮ ਨੇ ਤੁਹਾਡੇ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਵੇ। ਸਤਿਗੁਰੂ ਮਹਾਰਾਜ ਜੀ ਤਾਂ ਇੱਥੇ ਤੱਕ ਕਹਿੰਦੇ ਨੇ ਕਿ ਜਿੰਨੇ ਜਿੰਨੇ ਕਦਮ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਾਂ ਤੁਰ ਕੇ ਆਉਂਦੇ ਆ ਨਾ, ਚੱਲ ਕੇ ਆਉਂਦੇ ਆ, ਉਹਨੇ ਕਰਨ ਦਾ ਇੱਕ ਸਵੇ ਜਗ ਦਾ ਫਲ ਮਿਲਦਾ। ਹੁਣ ਤੁਸੀਂ ਦੇਖੋ ਵੀ ਆਪਣੇ ਘਰਾਂ ਵਿੱਚੋਂ ਕਿੰਨੇ ਕਦਮ ਚੱਲ ਕੇ ਆਉਣੇ ਹੋ। ਦੂਸਰਾ, ਜਿਹੜੇ ਮਾਈ ਭਾਈ ਸੰਗਤ ਦੇ ਵਿੱਚ ਆ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਜਦਾ ਕਰਦੇ ਹਾਂ, ਇਹਨਾਂ ਰਸਨਾ ਦੇ ਨਾਲ ਆਪਾਂ ਬਾਣੀ ਪੜ੍ਹਦੇ ਹਾਂ, ਠੀਕ ਆ। ਇਹਨਾਂ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਹਾਂ। ਇਹਨਾਂ ਦਾ ਕਿੱਡਾ ਬੜਾ ਫਲ ਹੈ, ਕੋਈ ਅੰਤ ਨਹੀਂ ਹੈ। ਨੇਤਰਾਂ ਨਾਲ ਦਰਸ਼ਨ ਕਰਨੇ ਗੁਰੂ ਦੇ, ਨੇਤਰ ਪਵਿੱਤਰ ਹੋ ਜਾਂਦੇ ਨੇ। ਪੈਰਾਂ ਦੇ ਨਾਲ ਚੱਲ ਕੇ ਜਦੋਂ ਗੁਰੂ ਦੇ ਚਰਨ ਵਿੱਚ ਆਉਂਦੇ ਆ, ਉਹ ਪੈਰ ਵੀ ਪਵਿੱਤਰ ਹੋ ਜਾਂਦੇ ਨੇ। ਜਿਹੜੀ ਰਸਨਾ ਦੇ ਨਾਲ ਆਪਾਂ ਬੋਲਦੇ ਹਾਂ, ਉਹ ਰਸਨਾ ਵੀ ਪਵਿੱਤਰ ਹੋ ਜਾਇਆ ਕਰਦੀ ਹੈ।
मानो उस प्रेमी का सारा शरीर ही पवित्र हो जाता है, सारा शरीर। एक किस्म के बचन श्री गुरु नानक देव जी महाराज विराजमान ने। ड्यूटी उही है, मरदाना रबाब ज़्यादा होंदा सी, बाला महाराज नूं चबर करदा हुंदा सी। सतगुरु नानक देव जी महाराज एक जगह के उपर समाधि लाई बैठे ने। क्योंकि मैं कई बार दसिया ਜਿਹੜੇ ਆਪਾਂ ਪਹਿਲਾਂ ਨਿਤਨੇਮ ਕਰਦੇ ਹਾਂ ਨਾ, ਕੋਈ ਕਹਿੰਦਾ ਜੀ ਭਾਈ ਜਪਜੀ ਸਾਹਿਬ ਮਹਾਰਾਜ ਦਾ ਨਿਤਨੇਮ ਕਰਦਾ ਤੁਹਾਨੂੰ, ਕੋਈ ਕਹਿੰਦਾ ਮੈਂ ਸੁਖਮਨੀ ਸਾਹਿਬ ਮਹਾਰਾਜ ਦਾ ਨਿਤਨੇਮ ਕਰਦਾ ਤੁਹਾਨੂੰ, ਕੋਈ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਤੁਹਾਨੂੰ। ਜਿੰਨੇ ਵੀ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਬਾਣੀ ਪੜ੍ਹਦੇ ਹੋ, ਧੰਨ ਤਾਂ ਯੋਗ ਹੋ। ਇਹਨੂੰ ਕੀ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਨਾਮ ਜਪਣ ਦੀ ਅਵਸਥਾ। ਕਿੰਨੇ ਪਾਠ ਕਰ ਲਏ ਜਪਜੀ ਸਾਹਿਬ ਦੇ, ਕਿੰਨੇ ਮੂਲ ਮੰਤਰ ਦੇ, ਕਿੰਨੇ ਵਾਹਿਗੁਰੂ ਜਾਪਦੇ। ਉਹਨੂੰ ਕਹਿੰਦੇ ਨੇ ਜਾਪ। सारे महापुरुष जिहड़े रूहानीयत ने, मैं उन्होंने गल करदा। अज मैं बचन करता आ रहा सी गड्डी च कि देखो आप जबान लाने, हुण मेरी तो इन्ने जबान नहीं लाने के पिछे बस हो जाती है। जिहड़े कहंदे ने असीं 3-3 जबान लाउने जी, 4-4 जबान लाने हैं जी, फिर मैंने दसो भी भजन किमें करते होंगे, कितने करते हैं। मैंने तो लगता भजन करते होंगे, नहीं हो सकता भजन। चौपड़ा मार के सिमरन करना वो कोई समा मंगदा, कोई वक्त मंगदा, कोई जगह औकात मंगदा। वो अवस्था नहीं बनती है उन्होंने। ठीक है, फल मिल जाता है, प्रचार करने का शुद्ध फल मिलता है, शुद्ध संदेश देने का फल मिलता है। पर जी आप कहते अवस्था साधु की, वो अवस्था नहीं बन सकती ना। मैं गारंटी ना कहना ये चीज़ नहीं बनती। मेरे को एक समय मैं नौ तरीका लेना चाहता, ये मैं कोई बुराई या चंगाई भी नहीं कहता, ना मैनू कोई किसी ना लाग है, ना कोई डांट है। मैंने तो सब बच्चे रब दीदा। मैं तो देखो लाहौरा साहब जाना, उत्थे जो मैं जाना, जिन्हें भी बाबा जी के सेवक ने, मैनू सारे बच्चे बाबा सुखदेव सिंह के दर्शन होंगे ने। मैनू किस तो की लेना। जो मैं राड़ा साहब जाना, राड़ा साहब के जिन्हें भी उत्थे गुरमुख सेवा करते हैं, वो नाम जपते हैं ना जपते हैं, मैनू कोई मतलब नहीं। सेवा करते ना करते हैं, मैनू कोई मतलब नहीं। पर मैं जो जाना, जो मैं उन्हें देखता, मैनू उन्होंने विचों राड़ा साहब ने महापुरुषों के दर्शन होंगे ने।
ਇਹ ਅਵਸਥਾ ਚੌਥੇ ਪਦ ਦੀ ਆ। ਹੁਣ ਮੈਂ ਬਚਨ ਕਰਦਾ ਸੀ ਵੀ ਜਿਹੜੇ ਕਹਿੰਦੇ ਨੇ 2 ਪੜ ਜਪ ਸ਼ਬਦ ਕਰ ਲਏ, 3 ਸੁਖਮਨੀ ਦਾ ਕਰ ਲਿਆ, ਇੰਨੀਆਂ ਮਾਲਾ ਜਾਪ ਵਾਹਿਗੁਰੂ ਕਰਿਆ, ਮੂਲ ਮੰਤਰ ਕਰ ਲਿਆ ਗਿਣਤੀ 'ਚ, ਇਹਨਾਂ ਨੂੰ ਕਹਿੰਦੇ ਨੇ ਜਾਪ। ਇਹ ਜਾਪ ਆ। ਫਿਰ ਇਹਨਾਂ ਦੇ ਵਿੱਚੋਂ ਜਿਹੜੇ ਜਗਿਆਸੂ ਪਾਰ ਹੋ ਜਾਂਦੇ ਨੇ, ਜਿਹੜੇ ਉਦਮ ਕਰਦੇ ਨੇ, ਜਿਹੜੇ ਬਚਨ ਦੀ ਕਮਾਈ ਕਰਦੇ ਨੇ, ਉਹ ਫਿਰ ਅੱਗੇ ਨਿਕਲ ਜਾਂਦੇ ਨੇ। ਅੱਗੇ ਨਿਕਲ ਕੇ ਫਿਰ ਉਹਦੀ ਅਵਸਥਾ ਕੀ ਬਣਦੀ ਹੈ, ਉਹਨੂੰ ਕਹਿੰਦੇ ਨੇ ਅਜੱਪਾ। ਅਜੱਪਾ ਜਾਪ ਨਾ ਵਿਸਰੈ। ਅਜੱਪਾ, ਅਜੱਪੇ ਦਾ ਕੀ ਭਾਵ ਆ? ਉਹ ਆਪਾਂ ਪ੍ਰਸ਼ਾਦਾ ਛਕਦੇ ਹਾਂ, ਆਪਾਂ ਕਿਸੇ ਨਾਲ ਬਚਨ ਕਰਦੇ ਹਾਂ, ਔਰ ਜਾਪ ਚੱਲੀ ਜਾਂਦਾ ਅੰਦਰ, ਨਾਮ ਚੱਲਦਾ, ਨਾਮ ਨਹੀਂ ਬੰਦ ਹੁੰਦਾ ਹੈ। ਜਦੋਂ ਜੱਪਾ ਚੱਲ ਪਿਆ, ਸੁੱਤੇ ਪਏ ਹਾਂ ਆਪਾਂ ਫੇਰ ਵੀ ਚੱਲਣਾ, ਜਾਗਦੇ ਹਾਂ ਫੇਰ ਵੀ ਚੱਲਣਾ, ਗੱਡੀ ਵਿੱਚ ਬੈਠਿਆਂ ਫੇਰ ਵੀ ਚੱਲਣਾ, ਪੈਰੀ ਤੁਰਦਿਆਂ ਫੇਰ ਵੀ ਚੱਲਣਾ। ਇਹ ਅਵਸਥਾ ਬਣਦੀ ਹੈ ਚੌਥੇ ਪਦ ਦੀ, ਜਾਪ ਤੋਂ ਬਾਅਦ ਅਜੱਪਾ। ਪਰ ਜੱਪਾ ਅਵਸਥਾ ਵੀ ਕਿਸੇ ਬਿਰਲੇ ਦੀ ਹੁੰਦੀ ਹੈ, ਬਹੁਤੇ ਦੀ ਨਹੀਂ ਹੈ, ਬਿਰਲਿਆਂ ਦੀ ਹੈ। ਜਦੋਂ ਜੱਪਾ ਚੱਲ ਪਈ, ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਭਜਨ ਦੀਆਂ ਮੰਜ਼ਲਾਂ ਨੇ। ਪੈਰ ਦੇ ਗੁੱਠੇ ਤੋਂ ਲਾ ਕੇ ਇਹ ਅੰਦਰ ਸਾਰੇ ਸਰੀਰ ਦੇ ਚੱਕਰ ਨੇ, ਪੌੜੀਆਂ ਨੇ ਸੁਰਤ ਨੂੰ ਉੱਪਰ ਚਾੜਨ ਦੀਆਂ। ਉਹ ਫਿਰ ਜਿੱਥੇ ਕੋਈ ਮਹਾਂਪੁਰਸ਼ ਕੋਈ ਸ਼ਬਦ ਦਿੰਦਾ, ਉਹ ਸ਼ਬਦ ਦੀ ਪਹਿਚਾਣ ਕਰਾਉਂਦਾ, ਸ਼ਬਦ ਦੀ ਕਮਾਈ ਕਰਾਉਂਦਾ, ਸ਼ਬਦ ਦਾ ਜੱਪਾ ਜਾਪ ਕਰਾਉਂਦਾ, ਉਹਦੀ ਅਵਸਥਾ ਫਿਰ ਸੁਰਤ ਉੱਪਰ ਚੜ੍ਹਨ ਲੱਗ ਜਾਂਦੀ ਹੈ। ਜਦੋਂ ਸੁਰਤ ਉੱਪਰ ਚੜ੍ਹਨ ਲੱਗ ਗਈ, ਉਹਦੇ ਸਾਰੇ 18 ਨੇ, ਜਿਵੇਂ ਇੱਥੇ ਆ ਗਿਆ, ਪੂਰੇ ਆ ਗਏ, ਇੱਥੇ ਨਾਭੀ ਆ ਗਿਆ, ਇੱਥੇ ਹਿਰਦਾ ਚੱਕਰ ਆ ਗਿਆ, ਨਾਭੀ ਚੱਕਰ, ਹਿਰਦਾ ਚੱਕਰ, ਕੰਠ ਚੱਕਰ, ਆ ਨੱਕ ਦੀ ਕੁੰਬੜਾ ਕਿਹਦੇ ਉੱਪਰ ਧਿਆਨ ਰੱਖਣਾ, ਉਲਟਾ ਖੂਹ ਚੱਕਰ, ਇੱਥੇ ਆਗਿਆ ਚੱਕਰ, ਹੀਲਾ ਚੱਕਰ, ਪਿੰਗਲਾ ਚੱਕਰ, ਇੱਥੇ ਸੁਖਮਣਾ ਚੱਕਰ। ਇੱਥੇ ਸੁਖਮਣਾ ਚੱਕਰ ਦੇ ਵਿੱਚੋਂ ਜਦੋਂ ਕੋਈ ਜਗਿਆਸੂ ਚੌਕੜਾ ਮਾਰ ਕੇ ਮਿਹਨਤ ਕਰਦਾ, ਕੋਈ ਮਾਈ ਆ, ਕੋਈ ਭਾਈ ਆ, ਕੋਈ ਵੀ ਹੈ, ਉਦਮ ਕਰਦਾ, ਕਮਾਈ ਕਰਦਾ, ਇੱਥੇ ਫਿਰ ਜਿਹੜੀ ਸੁਖਮਣਾ ਨਾੜੀ ਆ ਨਾ, ਉਹ ਇੱਥੇ ਇਕੱਠੀ ਹੋਈ ਹੈ, ਜਿਵੇਂ ਜਲੇਬੀ ਇਕੱਠੀ ਹੁੰਦੀ ਆ ਉਰੇ। ਇੱਥੇ ਧਿਆਨ ਐਸਾ ਲਾਉਣਾ, 4-4 ਘੰਟੇ, 5-5 ਘੰਟੇ, 8-8 ਘੰਟੇ ਵੀ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਚੌਕੜਾ ਮਾਰ ਕੇ। ਸਰੀਰ ਸੁੰਨ ਹੋ ਜਾਂਦਾ, ਸਰੀਰ ਨੂੰ ਗਰਮਾਏ ਚਾੜਨੀ ਆ, ਫਿਰ ਉਹ ਹੌਲੀ 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 ਉਹ ਜਿਹੜੀ ਨਾੜੀ ਹੈ ਤੋਂ ਖੁੱਲ੍ਹਣ ਲੱਗ ਜਾਂਦੀ ਆ। ਜਿਹੜੀ ਉੱਪਰ ਇੱਕ ਨਾੜੀ ਆ ਉਹ ਲੰਘਦੀ ਇਸ ਤਰ੍ਹਾਂ, ਇਹਨਾਂ ਦੇ ਫਰਕ ਆ, ਡਿਫਰੈਂਸ ਆ। ਉਹ 10ਵੇਂ ਦੁਆਰ ਦੀ ਆ। ਜਦੋਂ ਕੋਈ ਜਗਿਆਸੂ ਮਿਹਨਤ ਕਰਦਾ, ਕਮਾਈ ਬਹੁਤ ਕਰਨੀ ਪੈਂਦੀ ਹੈ। ਮੈਂ ਤਾਂ ਬਚਨ ਕਰਦਾ ਨਾ ਸ਼ਾਰਟਕੱਟ, ਮੇਰਾ ਕਹਿੰਦਾ ਜਨਮਾਂ ਦੀ ਕਮਾਈ ਕਰਨੀ ਪੈਂਦੀ ਉਹਨੂੰ, ਜਨਮਾਂ ਦੀ। ਪਰ ਉਹ ਨੱਦ, ਉਹ ਅਵਸਥਾ ਜਦੋਂ ਕੋਈ ਕਰਦਾ ਉਹਨੂੰ ਪਤਾ ਲੱਗਦਾ। ਉਹ ਫਿਰ ਜਦੋਂ ਇਹ ਖੁੱਲ੍ਹਦੀ ਹੈ, ਇਹ ਖੁੱਲ੍ਹ ਕੇ ਉਹਦੇ ਨਾਲ ਟੱਚ ਹੋ ਜਾਂਦੀ ਹੈ, ਫਿਰ 10ਵਾਂ ਦੁਆਰ ਖੁੱਲ੍ਹ ਜਾਂਦਾ। ਜਦੋਂ 10ਵਾਂ ਦੁਆਰ ਖੁੱਲ੍ਹ ਗਿਆ, ਕੋਈ ਵੀ ਆ, ਕੋਈ ਠੇਕਾ ਨਹੀਂ ਕਿਸੇ ਨੂੰ ਦਿੱਤਾ ਵੀ ਉਹਦੇ ਹੀ ਖੁੱਲ੍ਹਣਾ। ਕੋਈ ਜਾਤ, ਕੋਈ ਪਾਤ, ਕੋਈ ਗਰੀਬ, ਕੋਈ ਅਮੀਰ, ਕੋਈ ਮਤਲਬ ਨਹੀਂ ਹੈ। ਕੋਈ ਮਾਈ, ਕੋਈ ਭਾਈ, ਕੋਈ ਬੀਬੀ, ਕੋਈ ਮਤਲਬ ਨਹੀਂ ਹੈ। ਇਹਦਾ ਮਤਲਬ ਹੈ ਜੇ ਉਦਮ ਦਾ, ਹਿੰਮਤ ਦਾ, ਹਿੰਮਤ, ਉਦਮ ਉਹ ਬਣਾਈ ਰੱਖਣਾ। ਤਾਂ ਪਰ ਉੱਥੇ ਹੀ ਸਾਧ ਸੰਗਤ ਜੀ 24 ਘੰਟੇ ਫਿਰਨਾ, ਹਰ ਵਕਤ ਹੀ ਪ੍ਰਵੇਸ਼ੇ ਦਰਸ਼ਨ ਹੁੰਦੇ ਨੇ। ਇੱਕ ਮੈਂ ਤੁਹਾਡਾ ਹੋਰ ਭੁਲੇਖਾ ਕੱਢ ਦੇਵਾਂ।
कदे भी किसी नूं बाहरों नहीं मिलिया अज तक। कोई भी रूहानीयत दा मानता कोई संता कदे भी इनू बाहरों नहीं पता, जो भी मिलू ये अंदर मिलूगा, सब दे अंदर आ, सारे दे अंदर आ। पर यह प्रगट कदों होगा? कोई ब्रह्म पुरुष का मिलाप हो जाए, जिहड़ा आप पहुंचा होवे उत्थे, कोई कमाई वाली आत्मा का मिलाप हो जाए, जिहदी आप कमाई करी हुई है उत्थे साध संगत। फिर उन्होंने बारे ही गुरु महाराज की बाणी और महापुरुष ये वचन करते हैं। सारे भाई भाई ने बोलना भाई। देखो मैं बीबियों को बेनती करदा, इस संप्रदाय राणा साहब की एक मर्यादा सी क्यों चलाई थी महाराज ने भी ये बीबियां भी तर जान, इन्हों का बहुत हक है। इन्हें बहुत बड़ी भगती विच ब्रह्म अवस्था जिमें ब्रह्म ज्ञानी हुई, माई भागो ब्रह्म ज्ञानी हुई है। बीबियां बहुत वधिया ब्रह्म ज्ञानी हुई ने। ऐसे बीबियां भी उन्हें माता अवताल साहब वर्गियां जिन्होंने बच्चे को जन्म दिता, जमदा बच्चे ही ब्रह्म ज्ञानी होया, उन्हों का जमदा ही ब्रह्म ज्ञानी होया। पर लोड़ की है? नाम जपन की, भजन करती, बंदगी करती। तो ये फिर दिन रात की समाधि, दिन रात का जाप, जिन्होंने जप्पा चल गया उन्होंने बारे महाराज इदा कहते, इदा पढ़ो सारे भाई भाई। दिन रात की समाधि लगी रहनी है, रब दे प्यारियां दी। दिन रात की समाधि लगी रहनी है, रब दे प्यारियां दी। रब दे दिन रात की समाधि लगी रहती है, रब दे प्यारियां दी। दिन रात की समाधि लगी रहती है, वो रब दे प्यारियां दी। रब दे जी प्यारियां दी, रब दे जी प्यारियां दी। रब दे जी प्यारियां दी।
रब दे जी प्यारियां दी। दिन रात भी समाधि लगी रहती है, समाधि लगी रहती है रब दे प्यारियां दी। दिन रात भी समाधि लगी रहती है रब दे प्यारियां दी। ਜਦੋਂ ਜੱਪਾ ਚੱਲ ਪਿਆ ਉੱਥੇ ਫਿਰ ਜਿਹੜਾ ਧਿਆਨ ਆ ਨਾ ਐਟੋਮੈਟਿਕਲੀ ਹੀ ਉਹ ਅੰਤਰਮੁਖ ਰਹਿੰਦਾ, ਸਭ ਚੱਲਦਾ ਰਹਿੰਦਾ। ਉਹ ਫਿਰ ਦਿਨ ਕੀ ਰਾਤ ਕੀ, ਕੋਈ ਪ੍ਰਸ਼ਾਦਾ ਛਕਦਾ ਹੈ, ਕੋਈ ਜਲ ਸਕਦਾ ਹੈ, ਕੋਈ ਕਿਸੇ ਨਾਲ ਬਚਨ ਕਰਦਾ, ਉਹਦੇ ਸਿਮਰਨ ਅੰਦਰੋਂ ਚੱਲਦਾ ਹੀ ਚੱਲਦਾ ਹੈ। ਇਹ ਵਾਸਤਾ ਜੱਪਾਂ ਵਾਲੇ ਦੀ ਹੈ। ਬਹੁਤ ਨੇ ਬਣਾਈ, ਮੈਂ ਦੇਖਿਆ ਪਹਿਰੀਆਂ ਦੇ ਵਿੱਚ, ਰਾੜਾ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਬਚਨ ਮੰਨੇ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਬਚਨ ਦੀ ਕਮਾਈ ਕੀਤੀ, ਉਹਨਾਂ ਦੇ ਜੱਪਾ ਚੱਲਣ ਲੱਗ ਗਿਆ ਸੀ ਅੰਦਰ, ਦੇਖਿਆ ਸੀ। ਅੱਜ ਵੀ ਜਿਹੜੇ ਕੋਈ ਮਾਈ ਪਾਈ ਨੂੰ ਸ਼ੌਂਕ ਹੈ, ਅੰਦਰੋਂ ਸ਼ੌਕ ਹੋਵੇ, ਅੰਦਰੋਂ ਸ਼ੌਕ ਆ, ਉਹਨਾਂ ਦੇ ਅੰਦਰ ਅੱਜ ਵੀ ਚੱਲ ਰਿਹਾ ਹੈ, ਚੱਲਦਾ ਹੈ। ਉਹਨਾਂ ਦੀ ਅਵਸਥਾ ਇੱਕ ਹੀ ਹੋ ਜਾਂਦੀ ਹੈ। ਪਹਿਲਾਂ ਇਹ ਜਾਪ ਹੁੰਦਾ, ਆਪਾਂ ਗਿਣਵੇਂ ਦੱਸਦੇ, ਇੰਨੇ ਪਾਠ ਜੀ ਜਪਜੀ ਸਾਹਿਬ ਦੇ ਕਰੋ ਕਰੋ, ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰੋ ਕਰੋ, ਇੰਨੀਆਂ ਮਾੜਾ ਮੂਲ ਮੰਤਰ ਜਿਹਾ ਕਰੋ, ਇੰਨੀਆਂ ਮਾੜਾ ਗੁਰਮੰਤਰ ਵਾਹਿਗੁਰੂ ਜਾਪ ਦੀਆਂ ਕਰੋ। ਉਹ ਫਿਰ ਜਦੋਂ ਮਾਈ ਭਾਈ ਲੱਗ ਜਾਂਦੇ ਨਾ ਕਰਨ, ਇਸੇ ਤਰ੍ਹਾਂ ਹੀ ਉਹਨਾਂ ਦਾ ਫਿਰ ਜਾਪ ਤੋਂ ਜੱਪਾ ਚੱਲ ਪੈਂਦਾ ਹੈ। ਅਜੱਪੇ ਤੋਂ ਫਿਰ ਉਪਰਲੀਆਂ ਮੰਜ਼ਿਲਾਂ ਅਵਸਥਾ ਬਣ ਜਾਂਦੀਆਂ ਨੇ, ਬਣਦੀਆਂ ਨੇ, ਬਹੁਤ ਬਣਦੀਆਂ ਨੇ, ਬਣੀਆਂ ਹੋਈਆਂ ਨੇ ਬਹੁਤ ਦੀਆਂ। ਸੋ ਇਸ ਕਰਕੇ ਸ਼ੌਂਕ ਹੋਣਾ ਚਾਹੀਦਾ ਅੰਦਰ, ਉਹਦਾ ਧਿਆਨ ਹੋਣਾ ਚਾਹੀਦਾ ਵੀ ਮੈਂ ਨਾਮ ਜਪਣਾ ਹੀ ਜਪਣਾ ਹੈ, ਮੈਂ ਭਜਨ ਕਰਨਾ ਹੀ ਕਰਨਾ ਹੈ। ਸਭ ਤੋਂ ਬੜੀ ਗੱਲ ਇਹ ਅੰਦਰ ਹੈ। ਜਦੋਂ ਵੀ ਤੁਹਾਨੂੰ ਧਿਆਨ ਕਰਨਾ, ਨੇਚਰ ਵਿੱਚੋਂ ਨੇਤਰ ਵਿੱਚ ਕੇ ਇਹ ਭਰਵੱਟਿਆਂ ਦੇ ਪਿੱਛੇ, ਅੱਖਾਂ ਦੇ ਪਿੱਛੇ ਸੁਰਤ ਨੂੰ ਲਾਓ। ਸੁਰਤ ਲਾ ਕੇ ਜਿਹੜਾ ਕਿਸੇ ਮਹਾਂਪੁਰਸ਼ਾਂ ਨੇ ਸ਼ਬਦ ਦਿੱਤਾ, ਉਹ ਸ਼ਬਦ ਦੇ ਦਰਸ਼ਨ ਕਰੋ। ਫਿਰ ਉਹ ਇੰਨੀ ਕਮਾਈ ਕਰਨੀ ਹੈ, ਇੰਨੀ ਕਮਾਈ ਕਰਨੀ ਆ। ਕੋਈ ਵੀ ਸ਼ਬਦ ਦਾ ਪਹਿਲਾ ਅੱਖਰ ਵਿੱਚ ਹੁੰਦਾ, ਚਾਹੇ ਰਾਮ ਕਹਿ ਲਓ, ਚਾਹੇ ਵਾਹਿਗੁਰੂ ਕਹਿ ਲਓ, ਚਾਹੇ ਅੱਲਾ ਕਹਿ ਲਓ, ਪਹਿਲਾਂ ਅੱਖਰਾਂ 'ਚ ਹੋਊਗਾ।
ਜਦੋਂ ਅੱਖਰਾਂ 'ਚ ਹੋ ਗਿਆ ਫਿਰ ਉਹ ਕਮਾਈ ਕਰਕੇ ਉਹਨੂੰ ਬੱਖਰ ਬਣਾਉਣਾ। ਬੱਖਰ ਜਿਵੇਂ ਪਹਿਲਾਂ ਦੁੱਧ ਹੋ ਗਿਆ, ਦੁੱਧ ਅੱਖਰ ਹੋ ਗਿਆ। ਲਾ ਲਓ ਆਪਾਂ ਦੁੱਧ, ਸਾਰਿਆਂ ਨੂੰ ਪਤਾ ਬਾਈ ਭਾਈ ਨੂੰ, ਦੁੱਧ ਜਿਹੜਾ ਅੱਖਰ ਹੈ, ਜਦੋਂ ਉਸ ਦੁੱਧ ਨੂੰ ਗਰਮ ਕਰਕੇ ਉਹਦੇ ਵਿੱਚੋਂ ਕਈ ਚੀਜ਼ਾਂ ਆਪਾਂ ਬਣਾਉਂਦੇ ਹਾਂ। ਕੋਈ ਖੋਆ ਬਣਾਉਂਦਾ, ਕੋਈ ਲੱਸੀ ਬਣਾਉਂਦਾ, ਕੋਈ ਉਹਦੇ ਵਿੱਚੋਂ ਮੱਖਣੀ ਬਣਾਉਂਦਾ, ਕੋਈ ਮੱਖਣੀ ਬਣਾ ਕੇ ਦਹੀਂ ਬਣਾਉਂਦਾ ਹੈ, ਕੋਈ ਫਿਰ ਦੁੱਧ ਬਣਾਓ ਘਿਓ ਬਣਾਉਂਦਾ ਹੈ। ਜਦੋਂ ਘਿਓ ਬਣ ਗਿਆ ਨਾ, ਫਿਰ ਉਹ ਕੀ ਬਣ ਗਿਆ? ਉਹ ਬੱਖਰ ਬਣ ਗਿਆ। ਦੁੱਧ ਅੱਖਰ, ਦੁੱਧ ਦੇ ਵਿੱਚੋਂ ਜਦੋਂ ਘਿਓ ਕੱਢ ਲਿਆ ਉਹ ਬੱਖਰ। ਪਹਿਲਾਂ ਨਾਮ ਅੱਖਰ ਹੈ, ਫਿਰ ਉਹ ਕਿਸੇ ਮਹਾਂਪੁਰਸ਼ ਤੋਂ ਉਹਦਾ ਰਸਤਾ ਪੁੱਛ ਕੇ, ਉਹਦੀ ਮੰਜ਼ਿਲ ਪੁੱਛ ਕੇ, ਔਰ ਉਹਨੂੰ ਫਿਰ ਸ਼ਬਦ ਦਾ ਅਭਿਆਸ ਕਰੋ ਅਤੇ ਉਹ ਫਿਰ ਅੱਖਰ ਤੋਂ ਬੱਖਰ ਬਣ ਜਾਂਦਾ ਹੈ। ਫਿਰ ਦਰਸ਼ਨ ਹੁੰਦੇ ਨੇ ਕਿੱਥੇ? ਅੰਦਰ। ਜਦੋਂ ਅੰਦਰ ਹੋ ਗਏ ਫਿਰ ਦਰਸ਼ਨ ਹੋਣਗੇ ਬਾਹਰ। ਫਿਰ ਇਹ ਰਸਤਾ ਬਣੂਗੀ, ਅੱਬਲ ਅੱਲਾ ਨੂਰ ਪਾਇਆ ਕੁਦਰ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗੋ ਪੁੱਜਿਆ, ਕੌਣ ਭਲੇ ਉਹ ਮੰਦੇ। ਇਹ ਅਵਸਥਾ ਫੇਰ ਬਣਨੀ ਆ। ਜਿੰਨਾ ਚਿਰ ਇਹ ਅਵਸਥਾ ਨਹੀਂ ਬਣਾਉਂਦੇ ਨਾ, ਆਪਾਂ ਚਾਹੇ ਬਾਣੇ ਪਾ ਲਏ, ਚਾਹੇ ਚੋਲੇ ਪਾ ਲਏ, ਚਾਹੇ ਕੁਛ ਕਰ ਲਿਆ, ਉਹਨਾਂ ਚਿਰ ਸਾਡੇ ਮਨਾਂ ਦੇ ਵਿੱਚੋਂ ਈਰਖਾ ਨਹੀਂ ਜਾਂਦੀ, ਬੁਰਾਈਆਂ ਨਹੀਂ ਜਾਂਦੀਆਂ, ਨਿੰਦਿਆ ਨਹੀਂ ਜਾਂਦੀਆਂ, ਚੁਗਲੀਆਂ ਨਹੀਂ ਜਾਂਦੀਆਂ। ਇਹ ਉਹਨਾਂ ਚਿਰ ਨਹੀਂ ਜਾਂਦੀਆਂ ਜਿੰਨਾ ਚਿਰ ਸਭ ਦੇ ਅੰਦਰ ਇੱਕ ਆਪਾਂ ਨੂੰ ਅੱਖਰ ਤੋਂ ਬਣਾ ਕੇ ਬੱਖਰ ਜਿਹੜਾ ਹੈਗਾ ਨਾ, ਉਹਦੇ ਦਰਸ਼ਨ ਨਹੀਂ ਹੁੰਦੇ। ਜਦੋਂ ਉਹਦੇ ਦਰਸ਼ਨ ਹੋ ਗਏ ਫਿਰ ਇਹ ਵਚਨ ਸਾਧ ਸੰਗਤ ਇਹ ਫਿਰ ਪੂਰੇ ਹੋਣਗੇ। ਇੱਦਾਂ ਪੜੋ ਸਾਰੇ ਮਾਈ ਭਾਈ। ਇਹ ਤਾਂ ਨੂਰ ਲਾਹੀ ਦਾ ਸਾਰੀ ਦੁਨੀਆ, ਸਾਰੀ ਦੁਨੀਆ, ਇਹ ਤਾਂ ਨੂਰ ਲਾਹੀ ਦਾ ਸਾਰੀ ਦੁਨੀਆ, ਸਾਰੀ ਦੁਨੀਆ। ਸਾਰੀ ਦੁਨੀਆ, ਸਾਰੀ ਦੁਨੀਆ, ਨੂਰ ਲਾਈ ਦਾ ਸਾਰੀ ਦੁਨੀਆ, ਸਾਰੀ ਦੁਨੀਆ। अव्वल अल्लाह नूर पाया कुदरत के सब बंद, एक नूर थे सब जग उपजा भले को मंदे। ਜਦੋਂ ਆਪਾਂ ਇੱਕ ਬਾਪ ਦੀ ਔਲਾਦ ਹੋਵੇ, ਇੱਕ ਬਾਪ ਦੀ ਔਲਾਦ ਆ, ਫਿਰ ਕਿਹਨੂੰ ਆਪਾਂ ਬੁਰਾ ਕਹਿੰਦੇ ਹਾਂ, ਕਿਹਨੂੰ ਆਪਾਂ ਮੰਦਾ ਕਹਿੰਦੇ ਹਾਂ। ਇਹ ਸ਼ੌਂਕ ਹੋਣਾ ਚਾਹੀਦਾ ਹੈ
ਜਗਿਆਸੂ ਨੂੰ ਸੌਂਕ ਹੋਵੇ ਜਦੋਂ, ਉਹ ਕਰ ਲੈਂਦਾ, ਕੋਈ ਐਸੀ ਗੱਲ ਨਹੀਂ ਹੈ। ਮੈਂ ਜਦੋਂ ਵੀ ਮੱਥਾ ਟੇਕਣ ਜਾਇਆ ਕਰਨਾ, ਹਜ਼ੂਰ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਕਿਤੇ ਵੀ ਜਾਣਾ, ਦਬਰਾਣ ਜਾਣਾ, ਰਾੜਾ ਸਾਹਿਬ ਜਾਣਾ, ਮੈਂ ਪੱਲਾ ਛੱਡ ਲੈਂਦਾ ਸੀ। ਨਮਸਕਾਰੀ ਕਰਨੀ, ਕੋਈ ਕੁਛ ਕਰੀ ਜਾਵੇ, ਕੋਈ ਕੁਛ ਕਹੀ ਜਾਵੇ, ਕੋਈ ਮਤਲਬ ਨਹੀਂ ਕਿਸੇ ਤਾਈਂ, ਮੈਂ ਆਪਣਾ ਪੱਲਾ ਛੱਡ ਲੈਣਾ। ਨਮਸਕਾਰੀ ਕਰਨੀ, ਮਹਾਂਪੁਰਸ਼ਾਂ ਨੂੰ ਬਚਨ ਕਰਨੇ, ਮਹਾਰਾਜ ਮੇਰੀ ਝੋਲੀ ਦੇ ਵਿੱਚ ਇੱਕ ਵਾਹਿਗੁਰੂ ਸ਼ਬਦ ਦੀ ਦਾਤ ਪਾ ਦਿਓ। ਇੱਕ ਨਾਮ ਦੀ ਦਾਤ ਪਾ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਉਂਕਿ ਸਭ ਕੁਝ ਦੇਖਿਆ ਹੋਇਆ ਸੀ, ਲੱਖਾਂ ਦੇ ਹਿਸਾਬ ਨਾਲ ਤਨਖਾਹ ਲਈ ਹੋਈ ਸੀ ਮਹੀਨੇ ਦੀ। ਕੋਈ ਮਹਾਰਾਜ ਨੇ ਉਹ ਚੀਜ਼ ਛੱਡੀ ਨਹੀਂ ਸੀ ਜਿਹੜੀ ਨਾ ਵਾਸਤਾ ਪਾਈ ਹੋਵੇ। ਇੱਕੋ ਹੀ ਘਾਟ ਸੀ ਨਾਮ ਦੀ। ਕੋਈ ਪੂਰਬਲਾ ਕਰਮ ਪਿਛਲੇ ਜਨਮ ਦਾ ਬੀਜ ਬੀਜਿਆ ਹੋਇਆ, ਜਦੋਂ ਉਹ ਪੁੱਗਰਦਾ ਨਾ, ਉਹਦੀ ਫਿਰ ਨਿਸ਼ਾਨੀ ਹੈ ਉਹ ਨਾਮ ਵਾਲੇ ਬਣ ਜਾਊਗਾ, ਮਹਾਂਪੁਰਸ਼ਾਂ ਦੇ ਬਣ ਜਾਊਗਾ। ਇਹ ਨਿਸ਼ਾਨੀਆਂ ਨੇ। ਰੱਬ ਦੇ ਪਿਆਰੇ ਪਹਿਚਾਣ ਲੈਂਦੇ ਨੇ। ਇੱਕ ਦਿਨ ਐਸਾ ਬਚਨ ਹੋਇਆ, ਦਬਰਾਣ ਸਾਹਿਬ ਹਜ਼ੂਰ ਬੈਠੇ, ਕੁਰਸੀ ਲੱਗੀ ਹੋਈ, ਸਾਰੇ ਦਰਸ਼ਨ ਕਰ ਰਹੇ, ਮੇਰੀ ਵਾਰੀ ਵੀ ਆ ਗਈ। ਮੈਂ ਉੱਤੇ ਪੱਲਾ ਅੱਡ ਲਿਆ, ਮਹਾਰਾਜ ਹੱਸ ਪਏ। ਮੈਨੂੰ ਕਹਿੰਦੇ ਪ੍ਰੇਮੀਆਂ, ਮੈਂ ਕਿਹਾ ਮਹਾਰਾਜ। ਕਹਿੰਦੇ ਤੂੰ ਪਹਿਲਾ ਬੰਦਾ ਦੇਖਿਆ, ਪਹਿਲਾ ਸ਼ਖਸ ਦੇਖਿਆ ਕਿ ਜਿਹੜਾ ਕੋਈ ਦੁਨਿਆਵੀ ਮੰਗੇ ਨਹੀਂ ਮੰਗਦਾ, ਇੱਕ ਨਾਮ ਦੀ ਮੰਗਦਾ। ਮੈਂ ਕਿਹਾ ਮਹਾਰਾਜ ਮੈਨੂੰ ਇਹੀ ਭੁੱਖ ਹੈ, ਮੈਨੂੰ ਇਹਦੀ ਪਿਆਸ ਲੱਗੀ ਹੈ ਬਹੁਤ ਜ਼ਿਆਦਾ, ਮੇਰੀ ਇਹ ਕਿਰਪਾ ਕਰ ਦਿਓ। ਔਰ ਜਿਵੇਂ ਚਲੋ ਜੇ ਬਾਹਰ ਨਹੀਂ, ਅੰਦਰ ਤਾਂ ਚੱਲ ਪੈਂਦੀ ਹੈ ਨਾ ਖੇਡ, ਅੰਦਰ ਵੀ ਚੱਲਦੀ ਹੈ ਇੱਕ। ਜੇ ਬਾਹਰ ਨਹੀਂ ਪ੍ਰਗਟ ਹੁੰਦੀ ਸੀ ਤਾਂ ਅੰਦਰ ਫਿਰ ਮੇਰੇ ਆਹ ਪਾਸਾ ਚੱਲ ਪੈਣੀ। ਇਸ ਤਰ੍ਹਾਂ ਪੜੋ ਸਾਧ ਸੰਗਤ ਜੀ। ਪਾ ਦਿਓ ਜੀ ਮੈਨੂੰ ਖੈਰ ਬੰਦਗੀ ਦਾ, ਤੁਸੀਂ ਪਾ ਦਿਓ ਜੀ ਮੈਨੂੰ ਖੈਰ ਬੰਦਗੀ ਦਾ।
ਦਿਓ ਜੀ ਖੈਰ ਬੰਦਗੀ ਦਾ, ਮੈਨੂੰ ਪਾ ਦਿਓ ਜੀ ਖੈਰ ਬੰਦਗੀ ਦਾ। ਖੈਰ ਬੰਦਗੀ ਦਾ, ਮੈਨੂੰ ਖੈਰ ਬੰਦਗੀ ਦਾ, ਤੁਸੀਂ ਖੈਰ ਬੰਦਗੀ ਦਾ, ਮੈਨੂੰ ਖੈਰ ਬੰਦਗੀ ਦਾ। ਖੈਰ ਬੰਦਗੀ ਦਾ, ਖੈਰ ਬੰਦਗੀ ਦਾ, ਖੈਰ ਬੰਦਗੀ ਦਾ, ਤੁਸੀਂ ਖੈਰ ਬੰਦਗੀ ਦਾ। ਦਿਓ ਜੀ ਖੈਰ ਬੰਦਗੀ ਦਾ, ਪਾ ਦਿਓ ਜੀ ਖੈਰ ਬੰਦਗੀ ਦਾ। मैं तो यही कहूँगा, जिन्हें भी साध संगत तुसीं बैठे हो ना, जो गुरु ग्रंथ साहिब महाराज के चरणों में जाते हो, कोई दात ना मंगया करो, एक कोई दात मंगया करो, महाराज मैनू नाम की दात पा दो। बेशक झोली अड्ड लिया करो जिवें मैं झोली अड्डदे हैं, मेरी झोली भर दो महाराज। काहदे नाल? नाम नाल, भजन नाल, बंदगी नाल, ये भर दो। ये नहीं कदे कहना मैं नाल भर दो, पुत्तर नाल भर दो, धीआं नाल भर दो, जमीनां नाल, जायदादां नाल, राजां नाल। ये तां मूधी गल्लां ने, ये तां मगर भज्जियां फिरदियां ने नामी पुरुष दे। ਜਦੋਂ मेरी गड्डी ਨੂੰ ਝੰਡੀ ਲਾਈ ना, संत महाराज जी मौज में आ रहे थे लाहौर वाले संत। मेरी गड्डी खड़ी मास्टर गड्डी की जट्टी उस समय महाराज गड्डी को आके रुक गए। मैनू कहते मैं दसा मकाम महाराज, कहते ऐ लगता जब गड्डी तेरी होंगी है। मैं कहा महाराज जी मेरी नहीं छोटी है। कहते साड़ी है। मैं कहा हाँ जी, गड्डी भी छोटी, मैं भी छोटा, मेरा परिवार भी छोटा, मेरा घर भी छोटा, दर भी छोटा, मैं तो सब कुछ अर्पण करता थानू। बहुत संगत खड़ी आले दाले। संत महाराज कहते लै कर फिर मैं तेरी गड्डी को झंडी लाना।
ਕਹਿੰਦੇ ਦੁਨੀਆ ਰਹਿੰਦੀ ਤੱਕ ਤੇਰੀ ਗੱਡੀ ਦੇ ਉੱਪਰ ਝੰਡੀ ਕਹਿੰਦੇ ਝੂਲਦੀ ਰਹੂਗੀ। ਕਹਿੰਦੇ ਮਿਨਿਸਟਰ ਦੀਆਂ ਝੰਡੀਆਂ, ਰਾਜਾ ਮਹਾਰਾਜ ਦੀਆਂ ਝੰਡੀਆਂ ਇਹ ਥੋੜ੍ਹੀਆਂ ਹੁੰਦੀਆਂ ਨੇ, ਰਹਿ ਜਾਂਦੀਆਂ ਨੇ। ਕਹਿੰਦਾ ਤੈਨੂੰ ਮੈਂ ਇੱਕ ਲਾਹੀ ਵਜ਼ੀਰ ਬਣਾਇਆ, ਸੱਚਾ ਵਜ਼ੀਰ ਬਣਾਤਾ। ਖੁਸ਼ੀਆਂ ਚਾਹੀਦੇ ਨੇ ਮਹਾਂਪੁਰਸ਼ਾਂ ਦੀਆਂ, ਜਦੋਂ ਕੁਰਸੀ ਮਿਲ ਗਈ ਸਭ ਕੁਛ ਮਿਲ ਜਾਂਦਾ। ਹੁਣ ਇਸੇ ਤਰ੍ਹਾਂ ਧੰਨਾ ਜੱਟ ਇੱਕ ਅਨਪੜ੍ਹ ਹੋਇਆ ਵਿਚਾਰਾ, ਨਾ ਉਹਨੂੰ ਉੜਿਆੜੇ ਦਾ ਪਤਾ, ਨਾ ਉਹਨੂੰ ਨਾਮ ਦਾ ਪਤਾ, ਨਾ ਉਹਨੂੰ ਮੰਦਰ ਦਾ ਪਤਾ, ਨਾ ਉਹਨੂੰ ਗੁਰਦੁਆਰੇ ਦਾ ਪਤਾ। ਪਰ ਅੰਦਰ ਪਿਛਲੇ ਜਨਮ ਦਾ ਕੋਈ ਬੀਜ ਬੀਜਿਆ ਹੋਇਆ ਸੀ, ਉਹਦੇ ਉੱਗਰ ਰਿਹਾ ਸੀ। ਜਦੋਂ ਆਪਣੀ ਜ਼ਮੀਨ ਦੇ ਵਿੱਚ ਜਾਇਆ ਕਰੇ ਨਾ ਧੰਨਾ, ਬਲਦਾਂ ਦੀ ਜੋੜੀ ਉਹਦੇ ਮੂਹਰੇ ਹੁੰਦੀ, ਬਲਦਾਂ ਦੀ ਜੋੜੀ ਲਈ ਜਾਂਦਾ। ਰਸਤੇ ਦੇ ਵਿੱਚ ਇੱਕ ਪੰਡਿਤ ਤ੍ਰਿਲੋਚਨ ਜੀ ਹੁੰਦੇ ਸੀ, ਬ੍ਰਾਹਮਣ, ਉਹਨਾਂ ਦਾ ਮੰਜ਼ਰ ਹੈ। ਜਿਵੇਂ ਆਪਾਂ ਕਹਿੰਦੇ ਹਾਂ ਸੜਕ ਦੇ ਉੱਪਰ, ਬੀਜ ਦੇ ਉੱਪਰ ਕਿਸੇ ਸਾਧੂ ਦੀ ਕੁਟੀਆ ਆ ਜਾਏ, ਗੁਰਦੁਆਰਾ ਆ ਜਾਏ, ਉਸ ਤਰ੍ਹਾਂ। ਜਦੋਂ ਪੰਡਿਤ ਤ੍ਰਿਲੋਚਨ ਭਜਨ ਕਰਦਾ, ਬੰਦਗੀ ਕਰਦਾ, ਚਿੱਟੀ ਧੋਤੀ ਲਾ ਕੇ ਰੱਖਦਾ, ਮੱਥੇ ਦੇ ਤਿਲਕ ਲਾ ਕੇ ਰੱਖਦਾ ਹੈ, ਮਨ ਦੇ ਵਿੱਚ ਬੜਾ ਸ਼ੌਕ ਜਾਗਦਾ, ਕਿਤੇ ਜੇ ਮੈਂ ਵੀ ਇਹ ਭਜਨ ਕਰਨ ਲੱਗ ਜਾਵਾਂ, ਮੈਨੂੰ ਵੀ ਰੱਬ ਦੀ ਵਰਤੀ ਦਾ ਕੋਈ ਰਾਹ ਮਿਲ ਜਾਵੇ, ਕੋਈ ਨਾਮ ਮਿਲ ਜਾਵੇ। ਜਦੋਂ ਅੰਦਰੋਂ ਸ਼ੌਂਕ ਜਾਗਦਾ ਫਿਰ ਇਹ ਅਵਸਥਾ ਬਣਦੀ ਹੈ। ਜਦੋਂ ਅੰਦਰੋਂ ਸ਼ੌਂਕ ਜਾਗਦਾ ਫਿਰ ਮੂਹਰੇ ਉਹੋ ਜਿਹੀ ਬੰਦਾ ਮਿਲ ਜਾਂਦਾ। ਦੇਖੋ ਤੁਸੀਂ ਧਿਆਨ ਕਰ ਲਿਓ, ਤੁਹਾਡੇ ਮਨ ਦੇ ਵਿੱਚ ਅੰਦਰੋਂ ਧਿਆਨ ਆ ਗਿਆ ਦਾਰੂ ਦਾ, ਸ਼ੌਂਕ ਆ ਗਿਆ, ਤੁਹਾਨੂੰ ਮੂਹਰੇ ਐਟੋਮੈਟਿਕਲੀ ਬੰਦਾ ਉਹੋ ਜਿਹੀ ਟੱਕਰੂਗਾ ਪੀਣ ਵਾਲਾ ਹੀ। ਤੁਹਾਨੂੰ ਬੰਦਾ ਕੋਈ ਚੁਗਲੀ ਕਰਨ ਵਾਲਾ, ਕੋਈ ਨਿੰਦਿਆ ਕਰਨ ਵਾਲਾ, ਕੋਈ ਪਾਪੀ ਪੁਰਸ਼ ਇਹ ਮਿਲ ਜਾਂਦਾ ਹੈ ਤਾਂ ਉਹੀ ਜੋ ਤੁਹਾਡੀ ਅਵਸਥਾ ਬਣ ਜਾਂਦੀ ਹੈ, ਉਹ ਹੀ ਮਿਲਦਾ। ਕਿਉਂਕਿ ਪਾਪੀ ਨੂੰ ਪਾਪ ਪਿਆਰਾ। ਜੇ ਤੁਹਾਡੀ ਅਵਸਥਾ ਨਾਮ ਦੀ ਹੈ, ਸਿਮਰਨ ਦੀ ਹੈ, ਭਜਨ ਬੰਦਗੀ ਦੀ ਹੈ, ਪੂਰੇ ਜ਼ਰੂਰ ਕਰੋ, ਹਜੇ ਮਿਲੂਗਾ। ਇਹ ਸ਼ੌਕ ਹੈ। ਤੰਨੇ ਨੂੰ ਸ਼ੌਂਕ ਜਾਗਿਆ, ਜਦੋਂ ਜਾਇਆ ਕਰੇ ਜਾਂਦਾ ਵੀ ਉੱਥੇ ਬਲਦ ਖੜਾ ਕੇ ਮੱਥਾ ਟੇਕਿਆ ਕਰੇ, ਮੰਦਰ ਦੇ ਮੂਹਰੇ ਮੱਥਾ ਟੇਕਿਆ ਕਰੇ ਪੰਡਿਤ ਤ੍ਰਿਲੋਚਨ ਨੂੰ। ਦਾਦਾ ਜੀ ਮੱਥਾ ਟੇਕਦਾ, ਜਿਉਂਦਾ ਰਹੇ ਤੰਨੇ ਤਥਾਸਤੂ। ਜਦੋਂ ਮੁੜ ਕੇ ਆਉਂਦਾ ਫਿਰ ਵੀ ਉੱਥੇ ਆਪਣੇ ਬਲਦ ਖੜਾ ਕੇ ਮੱਥਾ ਟੇਕਦਾ ਹੈ। ਮੱਥਾ ਟੇਕ ਕੇ ਫਿਰ ਉਹ ਇਹੀ ਬਚਨ ਕਰਦਾ ਹੈ,
दादा जी एक मेरे से भी कृपा करो। की धन्या भाई की कृपा करे तेरे से, मैंने भी कोई माला दो, कोई मूर्ति दो। मैनू भी शौक है मैं नाम जपा, मैं भजन करा। भी धन्या तू अनपढ़ जट है, जिमीदार है, ये काम तो साढ़े पढ़े लिखे का, तेरा तो काम है नहीं है। दादा जी मैंने शौक अंदरों, मेरे से कृपा करो। रोज़ ही जदों जाते हुए भी आउंदे हुए भी पंडित त्रिलोचन जी नूं यही वचन कर रहे हैं। पंडित तक गया, कहता भी की करिए ਇਹਦਾ इलाज, ना ये तो भजन होना, ना इन्हें भजन करना। अनपढ़ जिमीदार आ, ये किवें पूजा करूगा मूर्तियां की, किवें भोग लवाऊगा। उन्होंने जो भी पूछा करे, जो भी आड़ टोड़ा ला दिया करे। धन्या तेरा काम नहीं है, ये काम है ब्राह्मण का, ये काम है पढ़िया लिखिया का। तू अनपढ़ जट जिमीदार हड़ बौना, तेनों पढ़ाई का पता नहीं है, तेनों शुद्धता का पता नहीं है। तू किवें अंमृत वेले उठेगा, किवें इशनान करेगा, किवें ठाकरां नूं इशनान करावेगा, किवें ठाकरां नूं भोजन करावेगा। तो होना नहीं है काम। देखो ये गल्लां शौक दियां ने सारियां ही। जदों शौक होवे बंदा की कुछ नहीं कर सकता। और संत सुखदेव सिंह जी लाहौरा साहब वाले अनपढ़े सी, जिमीदार सी, वो खेतीबाड़ी का काम करते सी। पर मन के भी शौक जागया भगती का, मन के शौक जागया सेवा का, सिमरन का। एक दिन मुर्गा बोलते नाल उठ खड़े, उठ के इशनान किया। इशनान पानी करके अपने घर नूं नमस्कारी की। देखे तो उन्हें महापुरुषों का घर दरवाजे के नाल लगता ही है। अंदर लाहौर जो आप जाने पिंड च बढ़ते हैं, अंदरले पासे नाल लगती दरवाजे के घर महापुरुषों का। उत्थे नमस्कारी की। नमस्कारी करके पिंड के दरवाजे के बाहर निकल लगे। खेड़ा होंदा, खेड़ा हुण तो शायद रीति रिवाज गए। मैं एक जगह देखा, जो सकराली आने आउंदे दरवाजे के मूहरे मैं देखा, उत्थे बनया खेड़ा। चाहिए भी है नगरां नूं अपने घर नूं मत्था टेक के दरवाजे खेड़े नूं मत्था टेकिया, मूँह नेरे उठ के। मत्था टेक के फिर जो बाहर निकले, एक तारा आंदा जिन्हों धूम तारा कहने, वो
ਉਹਦੇ ਦਰਸ਼ਨ ਹੋਏ। ਜੋੜੇ ਖੋਲ੍ਹੇ, ਜੋੜੇ ਖੋਲ੍ਹ ਕੇ ਮਹਾਂਪੁਰਸ਼ਾਂ ਨੇ ਉਹ ਤਰੂ ਤਾਰੇ ਨੂੰ ਮੱਥਾ ਟੇਕਿਆ ਕਿ ਇਹ ਤਰੂ ਤਾਰਾ, ਤੂੰ ਭਗਤੀ ਕੀਤੀ ਹੈ, ਤੂੰ ਵੀ ਪਦਵੀ ਪਾਈ ਹੈ, ਮੈਂ ਵੀ ਭਜਨ ਕਰਨ ਵਾਸਤੇ ਚੱਲਿਆ। ਮੇਰੇ ਮਨ ਦੇ ਵਿੱਚ ਕੋਈ ਬਰਾਗ ਹੈ ਸਿਮਰਨ ਕਰਨ ਦਾ, ਭਜਨ ਕਰਨ ਦਾ, ਭਗਤੀ ਕਰਨ ਦਾ। ਮੇਰੇ ਸਿਰ 'ਤੇ ਮਿਹਰ ਭਰੇ ਹੱਥ ਰੱਖੀ, ਖੇੜੇ ਮੱਥਾ ਟੇਕਿਆ, ਖੇੜੇ ਨੂੰ ਨਮਸਕਾਰੀ ਕੀਤੀ। ਖੇੜੇ ਨੂੰ ਨਮਸਕਾਰੀ ਕਰਕੇ ਮਹਾਂਪੁਰਸ਼ਾਂ ਨੇ ਵਰ ਮੰਗਿਆ, ਆਸ਼ੀਰਵਾਦ ਮੰਗਿਆ ਕਿ ਇਹ ਪਿੰਡ ਦੇ ਨਗਰ ਦੇ ਖੇੜੇ, ਮੈਂ ਤੈਨੂੰ ਮੱਥਾ ਟੇਕਦਾ, ਮੈਂ ਤੇਰੇ ਖੇੜੇ ਵਿੱਚੋਂ ਚੱਲਿਆ। ਮੇਰੇ ਮਨ ਦੀ ਇੱਛਾ ਭਜਨ ਕਰਦੀ ਹੈ, ਬੰਦਗੀ ਕਰਦੀ ਹੈ, ਮੇਰੀ ਲਾਜ ਰੱਖੀ, ਮੇਰੇ ਸਿਰ 'ਤੇ ਮਿਹਰ ਭਰੇ ਹੱਥ ਰੱਖੀ। ਜਦੋਂ ਮੈਂ ਮੁੜ ਕੇ ਇਸ ਪਿੰਡ ਦੇ ਖੇੜੇ ਵਿੱਚ ਆਵਾਂ, ਜਦੋਂ ਮੈਂ ਆ ਕੇ ਤੇਰੇ ਦਰਸ਼ਨ ਕਰਾਂ, ਮੈਂ ਕੁਝ ਬਣ ਕੇ ਕਰਾਂ। ਮੇਰੀ ਜਿਹੜੇ ਮਨ ਦੀ ਇੱਛਾ, ਮੈਂ ਉਹ ਬਣ ਕੇ ਕਰਾਂ, ਇਹ ਮੈਨੂੰ ਆਸ਼ੀਰਵਾਦ ਦੇ ਦੇ। ਖੇੜੇ ਨੂੰ ਮੱਥਾ ਟੇਕਿਆ, ਫਿਰ ਆਪਣੀ ਮੰਜ਼ਿਲ ਨੂੰ ਚੱਲ ਪਏ ਮਹਾਂਪੁਰਸ਼। ਉਹ ਫਿਰ ਜਾ ਕੇ ਉਹ ਸੇਵਾ ਕੀਤੀ। ਉਹ ਬਚਨ ਪਕਾਏ, ਮਹਾਂਪੁਰਸ਼ ਰਾਣਾ ਸਾਹਿਬ ਵਾਲੇ ਦੇ ਚਾਨੇ ਲੱਗੇ। ਪੂਰ ਜੋਤ ਮਿਲ ਗਈ, ਪੂਰ ਰੱਬ ਮਿਲ ਗਿਆ, ਪਰਮੇਸ਼ਰ ਮਿਲ ਗਿਆ। ਔਰ ਦਬਰਾਨ ਸਾਹਿਬ ਡਿਊਟੀ ਲੱਗ ਗਈ। ਡਿਊਟੀ ਲੱਗੀ, ਲੰਗਰ ਦੀ ਸੇਵਾ ਕਰਦੇ ਰਹੇ। ਸੇਵਾਦਾਰ ਜਦੋਂ ਸੇਵਾ ਨਾ ਇੱਕ ਮਨ ਇੱਕ ਚਿੱਤ ਹੋ ਕੇ ਕਰਦਾ, ਉਹ ਸੇਵਾਦਾਰ ਨੂੰ ਬਹੁਤ ਬੜੀਆਂ ਸ਼ਕਤੀਆਂ ਮਿਲਦੀਆਂ ਨੇ। ਅੱਜ ਸੇਵਾਦਾਰ ਨਹੀਂ, ਅੱਜ ਸੇਵਾਦਾਰ ਨਾਮ ਦੇ ਰਹਿ ਗਏ ਨੇ। ਅੱਜ ਉਸ ਸਮੇਂ ਦੇ ਵਿੱਚ ਦਬਲਾਨ ਦੀ ਸੇਵਾ ਮਿਲ ਗਈ ਇਹਨਾਂ ਨੂੰ, ਲੰਗਰ ਦੇ ਵਿੱਚ ਡਿਊਟੀ ਲੱਗ ਗਈ। ਬਹੁਤਾ ਰਾੜੇ ਨਹੀਂ ਰਹੇ ਮਹਾਂਪੁਰਸ਼, ਰਾੜੇ ਨਹੀਂ ਰਹੇ ਹਨ। ਰਾੜੇ ਤਾਂ ਕਿਤੇ ਉਹੀ ਜਾਂਦੇ ਸੀ ਸ਼ੌਕਣੀਓ ਦਰਸ਼ਨ ਕਰਨ ਮਹਾਂਪੁਰਸ਼ਾਂ ਦੇ। ਦਬਰਾਨ ਸਾਹਿਬ ਦੇ ਵਿੱਚ ਜਦੋਂ ਡਿਊਟੀ ਮਿਲੀ, ਲੰਗਰ ਦੀ ਸੇਵਾ ਕਰਦੇ 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 ਇੱਕ ਦਿਨ ਇਹੋ ਜਿਹਾ ਕਰਮ ਬਣਿਆ, ਕਿਤੇ ਦਾਲ ਉੱਬਲਣ ਲੱਗ ਗਈ ਲੰਗਰ ਦੀ। ਬਲਟੋਹੀ ਦੇ ਵਿੱਚੋਂ ਦਾਲਾਂ ਉੱਬਲਦਾ, ਕਾਲੀ ਕਾਲੀ ਵਿੱਚ ਕਿਤੇ ਕੜਛੀ ਨਾ ਮਿਲੀ। ਨਜ਼ਰ ਮਾਰਿਆ, ਕਿਤੇ ਬਾਲਟੀ ਨਾ ਮਿਲੀ ਪਾਣੀ ਦੀ। ਮਹਾਂਪੁਰਸ਼ਾਂ ਨੇ ਆਪਣੀ ਬਾਂਹ ਉਹਦੇ ਵਿੱਚ ਫੇਰ ਕੇ ਕੜਛੀ ਵਾਂਗੂ ਉਹ ਜਿਹੜਾ ਦਾਲਾਂ ਸੀ ਉੱਬਲ ਤੋਂ ਬਚਾਇਆ। ਜਦੇ ਪਾਣੀ ਵਾਲੇ ਆ ਕੇ ਪਾਣੀ ਛਿੜਕਦਾ ਉੱਪਰ, ਬਾਂਹ 'ਤੇ ਛਾਲੇ ਪੈ ਗਏ, ਪੈਣੇ ਸੀ ਉਹ ਤਾਂ। ਹੁਣ ਦੇਖੋ ਕਹਿ ਦੇਣਾ ਸਕਾਲਾ, ਪਰ ਔਖੀ ਆ, ਖੇੜੇ ਨਿਭਾਉਣੀ ਬੜੀ ਔਖੀ ਆ।
छाले पै गए। एक सेवादार पुराना, शायद थोनों नहीं पता होना, कोई रहिंदा पता होवे, दलीप सिंह रहिंदा हुंदा सी दबलाण दा, पुराना सिंह सी बाहर दा। उस जगह के दर्शन मैं जिस टाइम के उत्थे रेही होंदी सी, रोही, जिथे नून हुंदा सी जम्मिया होया धरती से। पिंडां दे बीबियां आले दुआले से तसले भर के उत्थों वो कपड़े धोने वास्ते लियाउंदे हुंदे सी दबलाण की धरती तो। यही धरती तो मैं अपने अखी देखी है। जब आई बंजर वो जी कि बाबू राणा सिंह जी होए सी दबलाण दे, उन्होंने कृपा हुई, बाबू राणा सिंह ने वो दान करती सी महाराज राणा साहब वाले नूं। उस धरती के उपर सेवा मिली महापुरुष लाहौर वाले नूं। वो दलीप सिंह ने किते संत महाराज जी 10वीं का संगराम का दोए दिहाड़े दबलाण भरते हैं, शायद अज भी भरते हैं। यही अज 10वीं भरती है उत्थे, और संगरांद भी भरती है। आई 10वीं संगरांद नूं बड़े महाराज जी आके दीवान लाउंदे हुंदे सी। किते दलीप सिंह ने दस्सिया संत महाराज नूं, कहते महाराज, कहते जिहड़े दबलाण तो सेवा करते हैं सुखदेव सिंह लाहौरा नगर वाले, कहते उनका हथ चल गया। महाराज देखियो किवें होया। दसती सारी किहड़ी भी ऐ करके कारण बनी। घट घट के अंतर की जानत, भले बुरे की पीर पसंत। साधु तो सारा पता होंदा सेवा का, किन्नी सेवा करता सिंह। दिखावे की गल नहीं होंदी है, किते मर्जी बैठे ने पता होंदा है। तो साध संगत जी 10वीं नूं आए राणा साहब वाले महापुरुष, कहते बुलाओ भाई सुखदेव सिंह नूं। बुलाए, कहते सुखदेव सिंह, कहते मैं सुनिया तेरे बाल छाले पै गए। मैनू दलीप सिंह ने दस्सिया, नहीं महाराज जी मेरी बांह से कोई छाले नहीं पे। महाराज कहते दिखाता, जदों चोले की बांह उपर चढ़ी, छाले छाले पे हुए। वो महापुरुष खुश हो, सच्ची सेवा तो खुश होते हैं महापुरुष। वो इन्हों की सेवा को देख के इन्ने खुश होए, कहते जा भी अज तो तू दबलाण साहब के लंगर का श्रीमान आ। उत्थों इन्होंने श्रीमान जी बनाता सी। एवं नहीं कहते सेवा कोई भी कर लो कदे आड़ी नहीं जाती है, पर सेवा करो सच्ची। इस तरह पढ़ो, सेवा में मेवा लगता। सेवा नूं लगदा मेवा, करके कोई देख लो। सेवा नूं लगदा मेवा, करके कोई देख लो। सेवा नूं लगदा मेवा, करके कोई देख लो। सेवा नूं लगदा मेवा, कोई करके कोई देख लो।
करके कोई देख लो, करके कोई देख लो, करके कोई देख लो, करके कोई देख लो। करके कोई देख लो, करके कोई देख लो, करके कोई देख लो, करके कोई देख लो। सेवा नूं लगदा मेवा, करके कोई देख लो, सेवा नूं लगदा मेवा, करके कोई देख लो। कोई कर लो सेवा, फिर ये प्रतੱਖ ਤੁਹਾਡੇ ਸਾਹਮਣੇ ਆ। ਇਹ ਆਪ ਦੇਖ ਲੌਰਾਂ ਸਾਹਿਬ ਦੀ ਧਰਤੀ ਉੱਪਰ ਸੇਵਾ ਨੂੰ ਮੇਵਾ ਲੱਗਿਆ ਕਿ ਨਹੀਂ, ਆਪ ਵੀ ਤਰ ਗਏ। ਫਿਰ ਉਹ ਸੇਵਾ ਕਰਕੇ ਉੱਥੋਂ ਸਾਰੀਆਂ ਖੁਸ਼ੀਆਂ ਲੈ ਕੇ ਜਦੋਂ ਫਿਰ ਆਪਣੇ ਨਗਰ ਦੇ ਵਿੱਚ ਆਉਣਾ ਕੀਤਾ, ਫਿਰ ਆ ਕੇ ਉਹ ਸ਼ੁਕਰਾਨਾ ਕੀਤਾ ਖਿੜੇ ਦਾ, ਸ਼ੁਕਰਾਨਾ ਕੀਤਾ ਆਪਣੇ ਮਾਤਾ ਪਿਤਾ ਦਾ, ਸ਼ੁਕਰਾਨਾ ਕੀਤਾ ਧਰੂਣ ਤਾਰੇ ਦਾ, ਸ਼ੁਕਰਾਨਾ ਕੀਤਾ ਉਸ ਨਗਰ ਦਾ ਜਿੱਥੋਂ ਕੋਈ ਬਚਨ ਕਰਕੇ ਗਏ ਤੇ ਉਹ ਬਚਨ ਪੂਰਾ ਕਰਕੇ ਲਾਹੌਰਾਂ ਨੂੰ ਭਾਗ ਲਾਏ ਫਿਰ ਉਹਨਾਂ ਨੇ। ਹੁਣ ਇਸੇ ਤਰ੍ਹਾਂ ਹੀ ਰੋਜ਼ ਆਉਂਦਾ ਵੀ ਜਾਂਦਾ ਵੀ। ਤੰਨਾ ਕਹਿੰਦਾ ਦਾਦਾ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਵੀ ਕੋਈ ਠਾਕਰ ਦੇ ਦਿਓ, ਮੈਂ ਵੀ ਉਹ ਠਾਕਰ ਦੀ ਪੂਜਾ ਕਰਾਂ, ਮੈਂ ਵੀ ਉਹ ਠਾਕਰ ਦੇ ਵਿੱਚੋਂ ਰੱਬ ਨੂੰ ਮਿਲਾਂ। ਤੰਨਾ ਰੋ ਰੋ ਤੋਂ ਤੰਗ ਆ ਕੇ ਕਹਿਣ ਲੱਗਿਆ ਵੀ ਇੱਦਾਂ ਕਰਦੇ ਆ, ਇਹਨੇ ਖੇੜਾ ਦਾ ਸੜਨ ਨਹੀਂ ਆਪਣਾ, ਇਹਦੀ ਜ਼ਮੀਨ ਇਹਦਾ ਖੂਹਾ, ਰਾਤੇ ਉੱਪਰ ਆਪਣਾ ਮੰਦਰ ਆ, ਇਹਨੇ ਰੋਜ਼ ਆਉਣਾ ਜਾਣਾ, ਇਹਨੇ ਖਹਿੜਾ ਨਹੀਂ ਛੱਡਣਾ, ਇਹਨੂੰ ਆਪਾਂ ਕਿਸੇ ਤਰੀਕੇ ਨਾਲ ਟਾਲ ਦਈਏ। ਟਾਲਣ ਦੀ ਖਾਤਰ ਪੰਡਿਤ ਤ੍ਰਿਲੋਚਨ ਨੇ ਇੱਕ ਜਿਹੜਾ ਪੱਥਰ ਹੁੰਦਾ, ਜਿਹੜਾ ਪੱਥਰ ਦੇ ਉੱਪਰ ਅੱਜ ਵੀ ਯੂਪੀ ਰਾਜਸਥਾਨ ਦੇ ਵਿੱਚ ਵਗ ਜਾਓ, ਉਹ ਜਿਹੜੇ ਨੂਣ ਮਿਰਚ ਮਸਾਲਾ ਰਗੜਦੇ ਨੇ ਉਹ ਪੱਥਰਾਂ ਉੱਪਰ ਰਗੜਦੇ ਨੇ ਘਰਾਂ 'ਚ, ਸਾਰਿਆਂ 'ਚ ਆਪਣੇ ਤਾਂ ਕੋਡੀ ਛੋਟੇ ਨਾ, ਉਹਦੇ ਪੱਥਰ ਨੇ। ਇੱਕ ਨੂਣ ਮਿਰਚ ਰਗੜਨ ਵਾਲਾ ਪੱਥਰ ਤ੍ਰਿਲੋਚਨ ਬਾਹਮਣ ਨੇ ਕੱਪੜੇ ਵਿੱਚ ਲਪੇਟਿਆ, ਕੱਪੜੇ ਵਿੱਚ ਲਪੇਟ ਕੇ ਕਹਿੰਦਾ ਵੀ ਇੱਦਾਂ ਕਰੋ, ਜਦੋਂ ਧੰਨਾ ਆਇਆ ਉਹਨੂੰ ਆਪਾਂ ਨੇ ਆਹ ਪੱਥਰ ਦੇ ਦੇਣਾ ਵੀ ਇਹ ਠਾਕਰ ਆ, ਇਹਦੀ ਪੂਜਾ ਕਰੀ ਤੂੰ, ਇਹਦੇ ਵਿੱਚੋਂ ਤੈਨੂੰ ਰੱਬ ਮਿਲ ਜੂਗਾ।
ਹੁਣ ਦੇਖੋ ਇੱਥੇ ਇੱਕ ਇਸ ਸਾਖੀ ਵਿੱਚੋਂ ਇੱਕ ਧਿਆਨ ਲਿਆਉਣਾ ਆਪਾਂ ਨੇ। ਕੋਈ ਕਹਿੰਦਾ ਰੱਬ ਕਿਵੇਂ ਮਿਲਦਾ, ਕੋਈ ਕਹਿੰਦਾ ਰੱਬ ਕਿਵੇਂ ਮਿਲਦਾ। ਪਰ ਧੰਨੇ ਨੂੰ ਜਿਹੜਾ ਰੱਬ ਮਿਲਿਆ ਉਹ ਸ਼ਰਧਾ ਵਿੱਚੋਂ ਮਿਲਿਆ, ਪੱਥਰ ਵਿੱਚੋਂ ਨਹੀਂ ਮਿਲਿਆ ਸੀ, ਨਹੀਂ, ਸ਼ਰਧਾ ਵਿੱਚੋਂ ਮਿਲਿਆ। ਪੱਥਰ ਦੇ ਵਿੱਚ ਇੱਕ ਸ਼ਰਧਾ ਐਸੀ ਬਣਾਤੀ ਵੀ ਧੰਨਿਆ ਤੈਨੂੰ ਇਹਦੇ ਵਿੱਚੋਂ ਰੱਬ ਮਿਲੂਗਾ, ਮੈਨੂੰ ਇਹਦੇ ਵਿੱਚੋਂ ਮਿਲਦਾ। ਫਿਰ ਦਾਦਾ ਕੀ ਕਰਨਾ ਵੀ ਧੰਨਿਆਂ ਦੇ ਕਿਸ ਤਰ੍ਹਾਂ ਰੋਜ਼ ਤਾਂ ਮੁਰਗਾ ਬੋਲਦੇ ਨਾਲ ਉੱਠਣਾ ਪਿਆ ਕਰੂਗਾ। ਅੱਛਾ ਦਾਦਾ, ਇਸ਼ਨਾਨ ਕਰਨਾ ਪਿਆ ਕਰੂਗਾ। ਅੱਛਾ ਦਾਦਾ ਜੀ, ਮੈਂ ਇਸ਼ਨਾਨ ਵੀ ਕਰੂੰਗਾ, ਮੈਂ ਉੱਠੂਗਾ ਵੀ। ਫਿਰ ਇਸ ਨੂੰ ਭੋਜਨ ਲਵਾਇਆ ਕਰਨਾ। ਅੱਛਾ ਦਾਦਾ ਜੀ, ਮੈਂ ਭੋਜਨ ਵੀ ਲਵਾਇਆ ਕਰੂੰਗਾ। ਇਹਨੂੰ ਭੋਜਨ ਲਗਾ ਕੇ ਫਿਰ ਤੂੰ ਆਪ ਭੋਜਨ ਕਰਨਾ, ਆ ਲੈ ਜਾ, ਤੈਨੂੰ ਪੱਥਰ ਦਿੱਤਾ, ਇਹਦੇ ਵਿੱਚੋਂ ਰੱਬ ਮਿਲ। ਅੱਛਾ ਦਾਦਾ, ਬੜੀ ਖੁਸ਼ੀ ਹੈ। ਲੈ ਗਿਆ, ਲਿਜਾ ਕੇ ਉਸ ਨੂੰ ਉਹਨੇ ਇੱਕ ਪਹਿਲਾਂ ਜਗ੍ਹਾ ਬਣਾਈ, ਬੜੀ ਸੋਹਣੀ ਜਗ੍ਹਾ ਬਣਾਈ। ਜਿਵੇਂ ਆਪਾਂ ਗੁਟਕਾ ਸਾਹਿਬ ਰੱਖਦੇ ਹਾਂ, ਆਪਾਂ ਕੋਈ ਗੁਰੂ ਨਾਨਕ ਦੀ ਫੋਟੋ ਲਾਉਂਦੇ ਹਾਂ, ਕਈ ਘਰਾਂ ਵਿੱਚ ਪੂਜਾ ਸਥਾਨ ਬਣਾਉਂਦੇ ਹਾਂ, ਉਸ ਤਰ੍ਹਾਂ ਉਹਨੇ ਪੂਜਾ ਸਥਾਨ ਬਣਾਇਆ। ਬਣਾ ਕੇ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ। ਅੱਗੇ ਟਾਈਮ ਨਹੀਂ ਹੁੰਦੇ ਸੀ, ਮੁਰਗਾ ਬੋਲਦੇ ਨਾਲ ਕਹਿੰਦੇ ਹੁੰਦੇ ਸੀ, ਮੁਰਗਾ ਬੋਲਦੇ ਨਾਲ ਉੱਠਣਾ, ਮੁਰਗਾ ਬੋਲਦੇ ਨਾਲ ਉੱਠਣਾ। ਧੰਨੇ ਨੇ ਇਸ਼ਨਾਨ ਪਾਣੀ ਕਰਨਾ, ਇਸ਼ਨਾਨ ਪਾਣੀ ਕਰਕੇ ਫਿਰ ਉਸਨੇ ਆਪਣੇ ਮੰਦਰ ਵਿੱਚ ਆ ਜਾਣਾ। ਉੱਥੇ ਠਾਕੁਰ ਨੂੰ ਇਸ਼ਨਾਨ ਕਰਾਉਣਾ। ਇੱਕ ਥਾਲ ਦੇ ਵਿੱਚ 5 ਪ੍ਰਸ਼ਾਦੇ ਮਿੱਸੇ, ਚੋਪੜ ਕੇ ਮੱਖਣੀ ਨਾਲ 4 ਲੱਸੀ ਦਾ ਗੜਬਾ ਢੱਕ ਕੇ ਇਹ ਲੈ ਕੇ ਆਉਣੇ। ਔਰ ਆ ਕੇ ਉਹਨੇ ਫਿਰ ਇੱਕ ਇੰਨੀ ਸ਼ਰਧਾ ਬਣਾ ਲਈ, ਇੰਨਾ ਵਿਸ਼ਵਾਸ ਬਣਾ ਲਿਆ। ਪੰਡਤ ਤ੍ਰਿਲੋਚਨ ਤਾਂ ਉਹਨੂੰ ਭੋਗ ਲਵਾ ਕੇ ਆਪ ਛਕ ਲੈਂਦਾ ਸੀ, ਪਰ ਉਹਨੇ ਇਹੀ ਜਿਹੀ ਸ਼ਰਧਾ ਬਣਾਈ, ਕਹਿੰਦਾ ਲੈ ਵੀ ਠਾਕਰਾ, ਆ ਪਿਆ ਭੋਜਨ, ਤੇਰੇ ਮੂਹਰੇ ਬੈਠਾ ਮੈਂ ਹੱਥ ਬੰਨੇ। 5 ਪ੍ਰਸ਼ਾਦੇ ਨੇ ਮਿੱਸੇ, 4 ਨਾਲ ਗੜ ਵੀ ਪਈ ਆ, ਲੱਸੀ ਦੀ ਭਰੀ। ਜਦ ਛਕੇਗਾ ਜਦ ਉੱਠੂਗਾ, ਨਹੀਂ ਉਹਨਾਂ ਚਿਰ ਨਹੀਂ ਮੈਂ ਉੱਠਣਾ, ਨਹੀਂ ਉੱਠੂਗਾ। ਦੇਖੋ ਬਹੁਤ ਔਖੀ ਵੀ ਹੈ, ਬਹੁਤ ਸੌਖੀ ਵੀ ਹੈ ਹੱਟ ਬਣਾਉਣਾ। ਹੱਟ ਵੀ ਕੋਈ ਬਿਰਲੇ ਹੀ ਬਣਾਉਂਦੇ ਨੇ। ਹੁਣ ਗੁਰਮੁਖੋ ਜਦੋਂ ਚੌਕੜਾ ਮਾਰ ਕੇ ਬੈਠ ਗਿਆ, ਬੈਠ ਕੇ ਪ੍ਰਸ਼ਾਦਾ ਟਕਿਆ ਹੋਇਆ, ਅਰਦਾਸ ਕੀਤੀ। ਅਰਦਾਸ ਕਰਕੇ ਲਓ ਠਾਕੁਰੋ ਭੋਜਨ ਲਾਓ। ਫਿਰ ਜਾ ਕੇ ਮੈਂ ਵੀ ਭੋਜਨ ਛਕਣਾ, ਕਿਤੇ ਮੈਂ ਆਪਣਾ ਕਾਰੋਬਾਰ ਵੀ ਕਰਨਾ, ਖੇਤੀਬਾੜੀ ਦਾ। ਹੋਰ ਨੇਕਾਂ ਕੰਮ ਹੁੰਦੇ ਨੇ ਕਿਸਾਨ ਵੀਰਾਂ ਨੂੰ, ਸਾਰੇ ਕਰਨੇ ਨੇ। ਇੱਕ ਦਿਨ ਥੋੜ੍ਹਾ ਜਿਹਾ ਲੇਟ ਹੋ ਗਿਆ। ਜਦੋਂ ਲੇਟ ਹੋਇਆ, ਚੱਕ ਕੇ ਦੇਖਿਆ ਕਰੇ ਪੌਣਾ ਉੱਪਰੋਂ ਪ੍ਰਸ਼ਾਦਾ ਉੱਦੇ ਪਿਆ।
उधर कारोबार भी करने सी, खेती पत्ती का भी देखना सी काम। अरदासां करदा, बेनतियां करदा, ठाकरा प्रशादा छकला, प्रशादा छकला, जद देखदा नहीं छकिया। अखीर नूं की कीता, तन्ने ने एक करद लै ली, छुरी, जिहनूं छुरी कहने आ। लै भी ठाकरा आ ले ली मैं छुरी, जे तो सकदा तू मेरा प्रशादा, फिर तो मैं मनूंगा तेनों धनता जोग। जे तू फिर मेरा प्रशादा ना सकिया ना, आ छुरी मार के मैं अपनी जान दे देनी है, मैं अपने आप को खत्म कर लूँगा। जदों इत्थे तक कोई भी बाजी ला लो, देख लो, जिहड़ा गुरु नानक नूं मनदा, जिहड़ा गुरु साहब वाहिगुरू दा जाप करदा, जिहड़ा गुरु ग्रंथ साहब नूं मनदा, वो तुसीं देखो सच्चे दिलों शरधा करके तन मन धन की बाजी ला के अज भी छकदा। अज के समय दे विच भी बाबा नंद सिंह जी कलेरा वाले महापुरुष धन्ने मंगू, उन्होंने भी हट कर लिया। आप तो अरदास कर दें ना, भोग लाता, भोग ला के आप पंजे पैरों का कढ़ के आप वर दें। धन्ने मंगू बाबा नंद सिंह ने भी एक अरदास करती, खड़ गया ग्रंथ साहब के पूरे। लै भी कहता ग्रंथ साहब महाराज, लै गुरु नानक पातशाह जी, मैं उन्ना चिर अरदास तो नहीं हिलदा जिन्ना चिर ये जड़ा प्रशाद आ ना, प्रशाद खाली ना किया होवे, छकिया ना हो तां समझ सकते, नहीं मैं भी इत्थे अपनी जान दे दूँगा। बाबा नंद सिंह महाराज ने भी ये बाजी लाई सी। अखीर नूं जदों बाबा जी दी लत्तां कंबण लगियां, इधर उधरों गिरन लग गए, बेहोशी की हालत में आउण लग गए। ਸਿੰਘਾਂ ने फड़िया, फड़ के खड़ाउण लगे, पर देखिया फिर भी भोग नहीं लग्या होया। फिर बाबा जी ने तन्ने वांगू बेनती करती, गुरु नानक पातशाह जे हुण तू मैनूं दर्शन नहीं दिंदा, भोग नहीं लाउंदा, तो मैं इत्थे अपनी जान दे देना हुण। फिर गुरमुखो उसकी शरधा तो ठोके, उहदे विश्वास तो खुश होके गुरु ग्रंथ साहब महाराज ने, गुरु नानक पातशाह ने दर्शन दिते गुरु ग्रंथ साहब के विचों। वो दर्शन बाबा नंद सिंह जी ने सारिया संगतां जिवें तुसीं बैठे हो उदां कराए। क्या देख लो, तुसीं कहने हो गुरु ग्रंथ साहब महाराज जी दे विच शक्ति नहीं है, कदे करो दर्शन गुरु नानक दे, दर्शन होणगे। देखिया कर गुरु नानक पातशाह जो गुरु नानक लोक पूजा कर, गुरु ग्रंथ साहब महाराज, गुरु ग्रंथ साहब महाराज जी लोक पूजा कर, बाबा नानक जी प्रकाश दिखाए। प्रकाश झलने ने गया संगत तो, संगत सारिया भज गया छड्ड के। बड़ा औखा है चलना इन्हां दा नूर। जदों इन्हें दर्शन होंदे ना गुरु नानक पातशाह दे, बहुत औखी घाट है, उत्ते टिक नहीं सकता कोई, बिरले टिकूगा। इसदा प्रकाश, ये प्रकाश के दर्शन जिन्होंने होंदे ने, ये फिर उन्होंने पता।
ਤੇ ਇਸੇ ਤਰ੍ਹਾਂ ਹੀ ਜਦੋਂ ਛੁਰੀ ਲੈ ਲਈ, ਛੁਰੀ ਲਈ ਖੜੇ ਨੇ, ਭੋਗ ਨਹੀਂ ਲੱਗਿਆ, ਉਧਰ ਛੁਰੀ ਮਾਰਨ ਨੂੰ ਤਿਆਰ ਹੋ ਰਹੇ ਨੇ, ਉਧਰ ਧੰਨਾ ਆਪਣੇ ਅੰਦਰੋਂ ਆ ਬੇਨਤੀ ਕਰਦਾ, ਇਸ ਤਰ੍ਹਾਂ ਪੜ੍ਹੋ ਸਾਧ ਸੰਗਤ ਜੀ, ਕਿਹੜੀ ਬੇਨਤੀ ਕਰਦਾ? ਰੱਖੀ ਮਾਲਕਾ ਪੈਜ ਨਾਮ ਆਪ ਦੀ, ਤੂੰ ਰੱਖੀ ਵਾਹਿਗੁਰੂ ਪੈਜ ਨਾਮ ਆਪਣੇ ਦੀ। ਰੱਖੀ ਵਾਹਿਗੁਰੂ ਪੈਜ ਨਾਮ ਆਪਣੇ, ਤੂੰ ਰੱਖੀ ਵਾਹਿਗੁਰੂ ਪੈਜ ਨਾਮ ਆਪਣੇ ਦੀ। ਨਾਮ ਆਪਣੇ ਦੀ ਪੈਜੋ, ਨਾਮ ਆਪਣੇ ਦੀ, ਨਾਮ ਆਪਣੇ ਦੀ, ਨਾਮ ਆਪਣੇ ਦੀ। ਰੱਖੀ ਵਾਹਿਗੁਰੂ ਪੈਜ ਨਾਮ ਆਪਣੇ ਦੀ, ਤੂੰ ਰੱਖੀ ਮਾਲਕਾ ਪੈਜ ਨਾਮ ਆਪਣੇ ਦੀ। ਅਰਦਾਸ ਕੀਤੀ, ਪਾਤਸ਼ਾਹ ਹੁਣ ਲਾਜ ਰੱਖੀ ਮੇਰੀ, ਅਖੀਰਲੀ ਇਹ ਅਵਸਥਾ ਹੁੰਦੀ ਹੈ ਗੁਰਮੁਖ ਦੀ, ਜਦੋਂ ਲੱਗਿਆ ਨਾ ਐ ਛੁਰੀ ਮਾਰਨਾ, ਐ ਛੁਰੀ ਮਾਰਨਾ ਐ ਲੱਗਿਆ, ਜਦੇ ਆ ਕੇ ਪਰਮੇਸ਼ਰ ਨੇ ਬਾਂਹ ਫੜ ਲਈ ਧੰਨੇ ਦੀ। ਧੰਨਿਆ ਇਹ ਕੀ ਕਰਦਾ? ਮੈਂ ਤਾਂ ਬਈ ਠਾਕੁਰ ਜੀ ਇੱਦਾਂ ਹੀ ਕਰੂੰਗਾ। ਨਾ ਇਹ ਕੰਮ ਨਾ ਕਰ, ਦੇਖ ਤੇਰਾ ਪ੍ਰਸ਼ਾਦ ਤਾਂ ਮੈਂ ਛਕ ਲਿਆ, ਦੇਖ ਪੂਣਾ ਚੱਕ ਕੇ ਉੱਪਰ। ਧੰਨੇ ਨੇ ਪੂਣਾ ਚੱਕਿਆ, ਜਦੋਂ ਪੂਣਾ ਚੱਕ ਕੇ ਦੇਖਿਆ ਪੰਜੇ ਪ੍ਰਸ਼ਾਦੇ ਛਕੇ ਹੋਏ, ਲੱਸੀ ਦੀ ਗੜਵੀ ਵਿੱਚੋਂ ਲੱਸੀ ਛਕੀ ਹੋਈ, ਜਿਹੜੀ ਚੀਜ਼ ਵੀ ਥਾਲੀ ਵਿੱਚ ਰੱਖੀ ਹੋਈ ਸੀ ਸਾਰੀ ਛਕੀ ਹੋਈ, ਖਾਲੀ ਥਾਲ ਪਿਆ। ਇਹਨੂੰ ਕਹਿੰਦੇ ਨੇ ਭਗਤੀ, ਇਹਨੂੰ ਕਹਿੰਦੇ ਨੇ ਗੁਰੂ ਦੇ ਦਰਸ਼ਨ, ਇਹਨੂੰ ਕਹਿੰਦੇ ਨੇ ਹਟ। ਇਹ ਹਟ ਤੋਂ ਬਗੈਰ ਨਹੀਂ ਹੁੰਦੀ। ਅੱਜ ਵੀ ਹੈ
कीता पर बिरले ने। वो बिरले विचों ही थी संत लाहौरां वाले, जिन्हें एडा बड़ा हट किया, एडा बड़ा तप किया। उठ के 4 बजे पिंडे विचों खेड़े नूं मत्था टेक के और तरून तारे नूं मत्था टेक के लाया भी रब्बा और मैं तेरी बंदगी कर चलिया, और मैं जब नगर दे विच आवां कुछ बन के आवां, नहीं फिर मेरा शरीर आवे, कोई लोड़ नहीं फिर मैंने जिउण दी। फिर देखो ये सारे सुने देखे ने, सारा ने देखे ने महापुरुषों के। अज जो गुरुद्वारा भी मौजूद है, बाबा जी का घर भी मौजूद है लाहौरां, सुने देखा भी है। इस सेवा नूं लगदा मेवा करके कोई दे करो। इस तरह ही जो धन्ने ने देखा भी ठाकरे ने भोग छक लिया, भोग छक के फिर खुशी की अंतरा रही, खुशी की अंतरा रही। और फिर खुशी के झूमदा, नाले खुशी के विच ही ये वचन करता है। तो ये किहड़े वचन करता, इस तरह पढ़ो सारे माई भाई। तन्ने नूं रब मिल गया जी, तन्ने नूं रब मिल गया जी। तन्ने नूं रब मिल गया जी, ओए तन्ने नूं रब मिल गया जी। तन्ने नूं रब मिल गया, तन्ने नूं रब मिल गया, तन्ने नूं रब मिल गया, तन्ने नूं रब मिल गया। तन्ने नूं रब मिल गया, तन्ने नूं रब मिल गया, तन्ने नूं रब मिल गया, तन्ने नूं रब मिल गया। ਝੂਮਦਾ ਰੱਬ ਦੇ ਦਰਸ਼ਨ ਹੋ ਗਏ, ਨਜ਼ਾਰੇ ਹੋ ਗਏ। ਅੱਜ ਹੁੰਦੇ ਨੇ, ਮੈਂ ਦਾਅਵੇ ਨਾਲ ਕਹਿਣਾ, 100% ਗਰੰਟੀ ਨਾਲ ਕਹਿਣਾ ਤੁਹਾਨੂੰ, ਅੱਜ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਨੇ। ਸ਼ਰਧਾ ਇੰਨੀ ਬਣਾਉਣੀ ਪਊਗੀ, ਵਿਸ਼ਵਾਸ ਇੰਨਾ ਬਣਾਉਣਾ ਪਊਗਾ, ਜਿਵੇਂ ਧੰਨੇ ਨੇ ਇੱਕ ਪੱਥਰ ਦੇ ਉੱਪਰ ਵਿਸ਼ਵਾਸ ਬਣਾ ਕੇ, ਸ਼ਰਧਾ ਬਣਾ ਕੇ ਉਹਨੇ ਉਹਦੇ ਵਿੱਚੋਂ ਰੱਬ ਪਾ ਲਿਆ। ਅਤੇ ਇਸੇ ਤਰ੍ਹਾਂ ਹੀ ਆਪਾਂ ਨੇ ਸ਼ਰਧਾ ਵਿਸ਼ਵਾਸ ਦੇ ਵਿੱਚੋਂ ਰੱਬ ਪਾਉਣਾ। ਭਗਤੀ ਦੀ
पहली मंजिल दर्शन की पहली मंजिल की है? विश्वास श्रद्धा इन्नी बना लो कि बस वो कोई अंत न रहे, अंत न रहे। इस तरह ही साध संगत हुण समा हो गया है, क्योंकि ये तीन दीवाना की बख्श गुरु नानक देव जी महाराज ने कीती और करदा। महापुरुष संत बाबा ईश्वर सिंह जी महाराज राड़ा साहब वाले शक्ति देंदे ने, भगती देंदे ने, वो ये दीवाना का काम आप ही करा लेंदे ने। कल थोड़ा शरीर ठीक नहीं सी, पर फिर भी मनण किया भाई दीवान नहीं छड्डना, दीवान जरूर करना है। हट हुंदा है, हट रखो। तो इस तरह साध संगत जी देखो, मेरा तो एक ही संदेश आ, झूठ ना बोलो, सच बोलो। कोई नशा पत्ता ना करो, बंद कर दो। किसी धी भैंकड़ी माड़ी निगाह ना देखो, अपने भैन अपने माँ बाप प्रति हैं। और साध संगत ये वचन बन के हट कर लो, रब तो दूर नहीं, रब ने दूर, रब का नेड़े है, नेड़े है, नाल बसता, अंग संग बसता। तो इस तरह साध संगत ये अपने दूए दीवान की समाप्ति होने लगी है। तो कल नूं तीजा दीवान होगा आरंभ। गुरु ग्रंथ साहब वाले चरणों में आपां ये बेनती करनी है, जोड़नी करनी है, अर्ज करनी है कि महाराज सच्चे पातशाह शक्ति बख्शी, बल बख्शी, सारिया संगत के उपर तेरे दर्शन दारे कर सकन। वध तो वध कल नूं संगतां इदों ही वध आवो, वध आके लाहा कट्टो, आके पहला सेवा करो। सेवा करके अपने हत्थां दे नाल कोई प्रशादे लाओ, कोई लंगर की सेवा करो। ये साध संगत जी बहुत बड़ा फल मिलता। थोड़ा मैं दसे दिता फल भी सेवा के विचों ही ब्रह्म ज्ञानी महापुरुष होए लाला साहब बड़े ऐसे अटना सेवा की उन्होंने। और सेवा करो, सेवा में लगता है मेवा करके कोई देख लो, सेवा में मेवा लगता। सारिया संगत गुरु स्तोत्र के हूँ अपनी रचना पवित्र करनी पाई। धन है, धन है, धन है गुरु नानक साहिब जी, धन है। धन है, धन है, धन है गुरु नानक साहिब जी, धन है। गुरु अमरदास जी, धन है। धन है, धन है, धन है गुरु रामदास जी, धन है। गुरु अर्जन साहिब, धन है। धन है, धन है, धन है गुरु हरगोबिंद साहिब, धन है।
ਧੰਨ ਹੈ ਧੰਨ ਹੈ ਸ੍ਰੀ ਹਰਿ ਸਾਹਿਬ ਜੀ ਧੰਨ ਹੈ। ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਧੰਨ ਹੈ। ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ। ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ। ਧੰਨ ਹੈ ਤੇਰੀ ਸਾਧ ਸੰਗਤ ਧੰਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਪਿਆਰਿਆ ਵਿਚੜਾ ਲੱਗੂਗਾ ਬੋਲ ਪਿਆਰਿਆ। ਵਾਹਿਗੁਰੂ ਬੋਲ ਪਿਆਰਿਆ ਕੁਛ ਨਾ ਲੱਗੂਗਾ ਮੋਰ ਪਿਆਰਿਆ। ਵਾਹਿਗੁਰੂ ਬੋਲ ਪਿਆਰਿਆ ਪਿਆਰਾ ਲੱਗੂਗਾ ਬੋਲ ਪਿਆਰਿਆ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬੋਲ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਊਠ